ਸਿੱਖ ਬਿਜ਼ਨਸਮੈਨ ਅਤੇ ਸਿੱਖ ਚਿੰਤਕ ਜਗਜੀਤ ਸਿੰਘ ਮੋਧੜ ਨੇ ਕੰਗਣਾ ਰਣੌਤ ਵੱਲੋਂ ਕਿਸਾਨਾਂ ਨੂੰ ਅੱਤਵਾਦੀ ਕਹਿਣ ਤੇ ਭੜਕਾਊ ਲਹਿਜੇ ਵਿੱਚ ਘਟੀਆ ਸ਼ਬਦਾਵਲੀ ਵਾਲੇ ਟਵੀਟ ਕਰਨ ਤੇ ਘੇਰਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜਾਗੋ ਪਾਰਟੀ ਵੱਲੋਂ ਇਸ ਦੀ ਸ਼ਿਕਾਇਤ ਕੀਤੀ ਗਈ। ਟਵਿੱਟਰ ਨੇ ਬੇਸ਼ੱਕ ਉਸ ਤੇ ਭੜਕਾਊ ਟਵੀਟ ਹਟਾ ਲਏ ਹਨ, ਪਰ ਇਹ ਤਰਕ ਸੰਗਤ ਨਹੀਂ ਜਿਹੋ ਜਿਹੀ ਭਾਸ਼ਾ ਉਹ ਵਾਰ-ਵਾਰ ਵਰਤ ਰਹੀ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਪੁਰਅਮਨ ਤਰੀਕੇ ਨਾਲ ਆਪਣੇ ਹੱਕ ਮੰਗ ਰਹੇ ਹਨ ਤੇ ਜੋ ਲੋਕ ਕਿਸਾਨਾਂ ਬਾਰੇ ਇਸ ਤਰ੍ਹਾਂ ਦੀ ਭਾਸ਼ਾ ਵਰਤ ਰਹੇ ਹਨ ਉਹਨਾਂ ਦੇ ਖਿਲਾਫ ਜ਼ਾਹਰ ਤੌਰ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਕੇਂਦਰ ਸਰਕਾਰ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਇਸ ਤਰ੍ਹਾਂ ਦੀ ਭਾਸ਼ਾ ਨਾ ਵਰਤੀ ਜਾਵੇ। ਉਹਨਾਂ ਨੇ ਕਿਹਾ ਕਿ ਅਜਿਹੇ ਲੋਕਾਂ ਦੇ ਖਿਲਾਫ ਜੋ ਇਸ ਤਰ੍ਹਾਂ ਦੀ ਭਾਸ਼ਾ ਤੇ ਭੜਕਾਊ ਸ਼ਬਦਾਵਲੀ ਵਾਲੇ ਟਵੀਟ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਰਹੇ ਹਨ, ਉਹਨਾਂ ਦੇ ਖਿਲਾਫ ਦੇਸ਼ ਧਰੋਹ ਦੇ ਮਾਮਲੇ ਵੀ ਦਰਜ ਹੋਣੇ ਚਾਹੀਦੇ ਹਨ। ਦੇਖੋ ਜਿਹੜੀ ਰਹਿਣਾ ਹੈਗੀ ਹੈ, ਰਹਿਣਾ ਨੇ ਵੀ ਜਿਹੜਾ ਹੈਗਾ ਨਾ ਇੱਕ ਟਵਿੱਟਰ ਦੇ ਹੈਂਡਲ ਦੇ ਉੱਤੇ ਨਾ ਇੱਕ ਆਪਣਾ ਟਵੀਟ ਕੀਤਾ ਸੀਗਾ ਕਿ ਉਹਦੇ ਵਿੱਚ ਉਹਨੇ ਇੱਕ ਲਿਖਿਆ ਸੀਗਾ ਵਾਈ ਵੀ ਆਰ ਟਾਕਿੰਗ ਅਬਾਊਟ ਦਿਸ, ਯਾਨੀ ਕਿ ਅਸੀਂ ਐਡਾ ਵੱਡਾ ਜਿਹੜਾ ਕਿਸਾਨ ਦਾ ਜਿਹੜਾ ਅੰਦੋਲਨ ਅਗਰ ਚੱਲਦਾ ਪਿਆ ਤੇ ਅਸੀਂ ਇਹਦੇ ਤੇ ਗੱਲ ਕਿਉਂ ਨਹੀਂ ਕਰਦੇ ਹੈਗੇ। ਵੀਰ ਜੀ ਇੱਕ ਚੀਜ਼ ਮੈਨੂੰ ਜਿੱਥੇ ਤੱਕ ਪਤਾ ਹੈਗਾ ਕਿ ਦੇਖੋ ਜਿਹੜੀ ਰਹਿਣਾ ਹੈਗੀ ਕਿ ਰਹਿਣਾ ਜਿਹੜੀ ਹੈਗੀ ਨਾ ਇੱਕ ਪੌਪ ਸਟਾਰ ਜਿਹੜੀ ਹੈਗੀ ਨਾ, ਤੁਸੀਂ ਦੇਖੋ ਇੱਕ ਇੰਟਰਨੈਸ਼ਨਲ ਲੈਵਲ ਦੀ ਇੱਕ ਸਿੰਗਰ ਹੈਗੀ ਹੈ ਤੇ ਇਸ ਦੇ 101 ਜਿਹੜੇ ਮਿਲੀਅਨ ਜਿਹੜੇ ਹੈਗੇ ਨੇ ਇਹ ਫਾਲੋਅਰ ਹੈਗੇ ਨੇ। ਤੇ ਇਹਨੇ ਜਦੋਂ ਇਹ ਟਵੀਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਸਾਡੇ ਜਿਹੜੀ ਹੈਗੀ ਹਾਲੀਵੁੱਡ ਦੀ ਜਿਹੜੀ ਐਕਟਰ ਹੈਗੀ ਕੰਗਨਾ ਰਣੌਤ, ਤੇ ਕੰਗਨਾ ਰਣੌਤ ਨੇ ਵੀ ਇਹਨਾਂ ਦੇ ਟਵਿੱਟਰ ਦੇ ਉੱਤੇ ਇੱਕ ਬੜਾ ਪੁੱਠਾ ਸਿੱਧਾ ਇੱਕ ਜਵਾਬ ਦਿੱਤਾ ਸੀਗਾ। ਮੇਰੇ ਕੋਲ ਜਵਾਬ ਹੈਗਾ, ਮੇਰੇ ਸਾਹਮਣੇ ਹੈਗਾ। ਉਹਨਾਂ ਨੇ ਲਿਖਿਆ ਨੋ ਵਨ ਇਜ਼ ਟਾਕਿੰਗ ਅਬਾਊਟ ਇਟ ਬਿਕੋਜ਼ ਦੇ ਆਰ ਨਾਟ ਫਾਰਮਰ, ਦੇ ਆਰ ਟੈਰਰਿਸਟ who are trying to divide India so that the China can take over our valuable broken nation and make it a Chinese colony, much like USA. Sit down, you fool. We are not selling our nation like you dummies. ਦੇਖੋ ਇਹ ਜਿਹੜਾ ਇਹਨਾਂ ਨੇ ਕਿਹਾ ਹੈਗਾ ਕਿ ਭਈਆ ਦੇਖੋ ਇਹਨਾਂ ਨੇ ਮੈਂ ਥੋੜ੍ਹਾ ਹਿੰਦੀ 'ਚ ਤੁਹਾਨੂੰ ਦੱਸ ਦਿੰਦਾ ਵਾਂ ਜਾਂ ਪੰਜਾਬੀ 'ਚ ਦੱਸ ਦਿੰਦਾ ਕਿ ਜਿਹੜਾ ਕੰਗਨਾ ਰਣੌਤ ਨੇ ਇੱਕ ਜਿਹੜੀ ਆਪਣੀ ਇੰਗਲਿਸ਼ ਦੇ ਵਿੱਚ ਟਵੀਟ ਕੀਤਾ ਕਿ ਉਹਨੇ ਕਿਹਾ ਕਿ ਭਈਆ ਇਹਨਾਂ ਦੇ ਬਾਰੇ ਅਸੀਂ ਕੀ ਗੱਲ ਕਰਨੀ ਹੈਗੀ ਕਿ ਜਿਹੜੇ ਬੰਦੇ ਇਹ ਫਾਰਮਰ ਨਹੀਂ ਹੈਗੇ, ਇਹ ਤਾਂ ਇੱਕ ਆਤੰਕਵਾਦੀ ਹੈਗੇ ਨੇ ਜਿਹੜੇ ਕਿ ਦੇਸ਼ ਨੂੰ ਜਿਹੜੀ ਹੈਗੀ ਨਾ ਜੋੜਨ ਦੀ ਨਹੀਂ ਇਹ ਤੋੜਨ ਦੀ ਜਿਹੜੀ ਹੈਗੀ ਨੀਤੀਆਂ ਦੇ ਉੱਤੇ ਹੈਗੇ ਨੇ। ਔਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਬੜੀ ਯੂ ਫੂਲ ਮਤਲਬ ਡੰਮੀ, ਤੂੰ ਚੁੱਪ ਕਰਕੇ ਬੈਠ ਜਾ। ਇਹਦੇ ਵਿੱਚ ਦੇਖੋ ਬੜਾ ਵੱਡਾ ਇੱਕ ਤੁਸੀਂ ਦੇਖੋ ਕਿਸਾਨ ਜਿਹੜਾ ਅੰਦੋਲਨ ਦੇ ਵਿੱਚ ਕਿਸਾਨ ਅਗਰ ਅਪਰੋਕਸੀਮੇਟਲੀ 65-66 ਦਿਨਾਂ ਤੋਂ ਅਗਰ ਬੈਠਾ ਹੈ, ਤੁਸੀਂ ਦੇਖੋ ਇਹ ਜਿਹੜਾ ਅੰਦੋਲਨ ਚੱਲਿਆ ਸੀਗਾ ਪੰਜਾਬ ਤੋਂ, ਫਿਰ ਇਹਦੇ ਨਾਲ ਹਰਿਆਣਾ ਵੀ ਜੁੜ ਗਿਆ, ਇਹਦੇ ਨਾਲ ਤੁਸੀਂ ਦੇਖੋ ਆਪਣਾ ਰਾਜਸਥਾਨ ਵੀ ਜੁੜ ਗਿਆ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੁਸੀਂ ਦੇਖੋ ਜੁੜ ਗਿਆ ਇਹਦੇ ਨਾਲ ਮਤਲਬ ਕਿ ਦੇਸ਼ ਦਾ ਹਰ ਰਾਜ ਜਿਹੜਾ ਹੈਗਾ, ਹਰ ਰਾਜ ਤੋਂ ਜਿਹੜਾ ਕਿਸਾਨ ਇੱਥੇ ਆ ਰਿਹਾ ਔਰ ਸ਼ਾਂਤਮਈ ਤਰੀਕੇ ਨਾਲ ਜਿਹੜਾ ਹੈਗਾ ਨਾ ਤੁਸੀਂ ਦੇਖੋ ਇਹ ਅੰਦੋਲਨ ਜਿਹੜਾ ਚੱਲ ਰਿਹਾ ਹੈਗਾ, ਕਿਤੇ ਵੀ ਕਿਸੇ ਨੇ ਕੋਈ ਹੁੜਦੰਗ ਨਹੀਂ ਕੀਤੀ। ਤੇ ਜੇ ਅਗਰ ਇਹ ਕੰਗਨਾ ਰਣੌਤ ਨੇ ਜਿਹੜਾ ਇਹ ਵਾਲਾ ਜਿਹੜਾ ਟਵੀਟ ਕੀਤਾ ਹੈਗਾ ਇਹ ਵੀ ਇੱਕ ਮੰਦਭਾਗੀ ਇਹ ਗੱਲ ਹੈਗੀ ਹੈ। ਤੇ ਜਿੱਥੇ ਤੱਕ ਮੈਨੂੰ ਪਤਾ ਲੱਗਾ ਹੈਗਾ ਕਿ ਭਈਆ ਇਹ ਜਿਹੜਾ ਟਵਿੱਟਰ ਹੈਂਡਲ ਤੋਂ ਜਿਹੜਾ ਹੈਗਾ ਨਾ ਇਹ ਜਿਹੜੀ ਇੱਕ ਬਵਾਲ ਖੜਨ ਵਾਲੀ ਜਿਹੜੀ ਟਵੀਟ ਸੀਗੀ ਇਹ ਇਹਨਾਂ ਦੇ ਟਵਿੱਟਰ ਨੇ ਇਹਨਾਂ ਦੀ ਜਿਹੜੀ ਹੈਗੀ ਨਾ ਕੰਗਨਾ ਰਣੌਤ ਦੀ ਇੱਥੋਂ ਦੀ ਆਪਣੇ ਉੱਥੋਂ ਦੀ ਇਹ ਜਿਹੜਾ ਇਹਨਾਂ ਦਾ ਮੈਸੇਜ ਸੀਗਾ ਇਹ ਡਿਲੀਟ ਕਰਤਾ। ਜਿੱਥੇ ਤੱਕ ਮੈਨੂੰ ਵੀ ਪਤਾ ਲੱਗਾ ਸੀਗਾ ਕਿਉਂਕਿ ਜਾਗੋ ਪਾਰਟੀ ਦੇ ਜਿਹੜੇ ਇੰਟਰਨੈਸ਼ਨਲ ਪ੍ਰਧਾਨ ਹੈਗੇ ਨੇ ਸਰਦਾਰ ਮਨਜੀਤ ਸਿੰਘ ਜੀਕੇ, ਉਹਨਾਂ ਨੇ ਵੀ ਜਿਹੜਾ ਟਵਿੱਟਰ ਜਿਹੜੇ ਹੈਗੇ ਨੇ ਉਹਨਾਂ ਦੇ ਮੈਨੇਜਿੰਗ ਡਾਇਰੈਕਟਰ ਨੂੰ ਜਿਹੜੀ ਹੈਗੀ ਨੇ ਇੱਕ ਰਾਈਟਿੰਗ ਦੇ ਵਿੱਚ ਲਿਖਤ ਦੇ ਵਿੱਚ ਇੱਕ ਸ਼ਿਕਾਇਤ ਭੇਜੀ ਸੀਗੀ ਕਿ ਭਈਆ ਇਹੋ ਜਿਹਾ ਜਿਹੜਾ ਮੈਸੇਜ ਹੈਗਾ ਇਹ ਸਾਡੇ ਕੰਟਰੀ ਦੇ ਵਿੱਚ ਜਿਹੜਾ ਹੈਗਾ ਨਾ ਇਹ ਡਿਸਟਰਬੈਂਸ ਕ੍ਰੀਏਟ ਕਰ ਸਕਦਾ ਹੈ ਤੇ ਕਿਰਪਾ ਕਰਕੇ ਤੁਸੀਂ ਇਹਨਾਂ ਦਾ ਜਿਹੜਾ ਮੈਸੇਜ ਹੈਗਾ ਟਵਿੱਟਰ ਤੋਂ ਇਹਨੂੰ ਜਿਹੜਾ ਹੈਗਾ ਡਿਲੀਟ ਕਰ ਦਿੱਤਾ ਜਾਵੇ। ਅੱਜ ਵੀਰ ਜੀ 5 ਤਰੀਕ ਹੈਗੀ ਹੈ ਤੇ ਸ਼ਾਇਦ 3 ਤਰੀਕ ਇਹਨਾਂ ਨੇ ਮਨਜੀਤ ਸਿੰਘ ਜੀਕੇ ਨੇ ਇਹਨਾਂ ਨੂੰ ਈਮੇਲ ਪਾਈ ਸੀਗੀ ਤੇ ਕੱਲ੍ਹ 4 ਤਰੀਕ ਨੂੰ ਇਹਨਾਂ ਦਾ ਜਿਹੜਾ ਕੰਗਨਾ ਰਣੌਤ ਦਾ ਜਿਹੜਾ ਹੈਗਾ ਇਹ ਮੈਸੇਜ ਟਵਿੱਟਰ ਹੈਂਡਲ ਤੋਂ ਡਿਲੀਟ ਕਰਤਾ ਗਿਆ ਤੇ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਾਸਤੇ ਜਿਹੜੀ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਭਈ ਤੁਸੀਂ ਇਹੋ ਜਿਹੇ ਅਗਰ ਮਾਹੌਲ ਖਰਾਬ ਕਰਨ ਵਾਲੇ ਅਗਰ ਮੈਸੇਜ ਪਾਓਗੇ ਤੇ ਅੱਗੇ ਤੇ ਵੀ ਤੁਹਾਡੇ ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਔਰ ਇੱਕ ਮੈਂ ਗੱਲ ਹੋਰ ਵੀ ਵੀਰ ਜੀ ਕਹਾਂਗਾ, ਮੇਰੇ ਤੋਂ ਸਮਝ ਤੋਂ ਬਾਹਰ ਹੈਗੀ ਕਿ ਕੰਗਨਾ ਰਣੌਤ ਜਿਹੜੀ ਹੈਗੀ ਹੈ ਤੁਸੀਂ ਦੇਖੋ ਇਹ ਤੁਸੀਂ ਭਾਰਤ ਦੇਸ਼ ਦੇ ਅਸੀਂ ਵਾਸੀ ਹਾਂ, ਉਹ ਵੀ ਭਾਰਤੀ ਹੈਗੀ ਹੈ। ਇਹ ਕਿਤੇ ਨਾ ਕਿਤੇ ਰੋਜ਼ ਹੀ ਅਸੀਂ ਦੇਖਿਆ ਜਾਂਦਾ ਕਿ ਜਿਵੇਂ ਪੰਜਾਬੀ ਸਿੰਗਰ ਔਰ ਐਕਟਰ ਜਿਹੜਾ ਦਲਜੀਤ ਦੋਸਾਂਝ ਵਾਸਤੇ ਵੀ ਕੰਗਨਾ ਰਣੌਤ ਨੇ ਕਾਫੀ ਪੁੱਠਾ ਸਿੱਧਾ
ਬੋਲਿਆ ਸੀਗਾ। ਤੇ ਇਹਦੇ ਵਿੱਚ ਤੁਸੀਂ ਦੇਖੋ ਕਿ ਜਦੋਂ ਸ਼ਾਹੀਨ ਬਾਗ ਦਾ ਜਿਹੜਾ ਵੀ ਇਹਦੇ ਵਿੱਚ ਜੋ ਇਹਦੇ 'ਚ ਅੰਦੋਲਨ ਚੱਲਦਾ ਪਿਆ ਸੀਗਾ, ਤੇ ਕੰਗਨਾ ਰਣੌਤ ਨੇ ਬਜ਼ੁਰਗ ਲੇਡੀਆਂ ਵਾਸਤੇ ਵੀ ਕਿਹਾ ਗਿਆ ਸੀਗਾ ਕਿ 100 200 ਰੁਪਏ ਦੇ ਵਿੱਚ ਇਹੋ ਜਿਹੀਆਂ ਔਰਤਾਂ ਲਿਆਈਆਂ ਜਾਂਦੀਆਂ ਕਿ ਜਿਹੜੀ ਭੀੜ ਇਕੱਠੀ ਕਰਨ ਵਾਸਤੇ ਲਿਆਈਆਂ ਜਾਂਦੀਆਂ। ਤੇ ਇਹ ਵੀ ਮੰਦਭਾਗੀ ਗੱਲ ਹੈਗੀ ਹੈ ਕਿ ਅਗਰ ਇਹ ਕਿਸਾਨਾਂ ਨੂੰ, ਅਗਰ ਜਿਸ ਤਰ੍ਹਾਂ ਇਹਨਾਂ ਨੇ ਗੱਲ ਕਹਿਤੀ ਕਿ ਭਈ ਕਿਸਾਨ ਜਿਹੜੇ ਹੈਗੇ ਨੇ ਟੈਰਰਿਸਟ ਹੈਗੇ ਨੇ, ਇਹ ਮਤਲਬ ਖਾਲਿਸਤਾਨੀ ਹੈਗੇ ਨੇ, ਅੱਤਵਾਦੀ ਹੈਗੇ ਨੇ, ਤੇ ਇਹ ਬੜਾ ਵੱਡਾ ਤੁਸੀਂ ਦੇਖੋ ਕਿ ਇਹ ਵੀ ਇੱਕ ਬੜੀ ਜਿਹੜੀ ਅਨਪਾਰਲੀਮੈਂਟ ਤੁਸੀਂ ਕਹਿ ਸਕਦੇ ਹੋ, ਜਾਂ ਕਿ ਸਾਨੂੰ ਇਹ ਸੰਵਿਧਾਨ ਇਹਨਾਂ ਨੂੰ ਵੀ ਆਗਿਆ ਨਹੀਂ ਦਿੰਦਾ ਹੈਗਾ ਕਿ ਇਹੋ ਜਿਹੀ ਅਪਦਰਵ ਭਾਸ਼ਾ ਦਾ ਜਿਹੜਾ ਹੈਗਾ ਇਸਤੇਮਾਲ ਕਰਦੇ ਨੇ। ਕਿਉਂਕਿ ਤੁਸੀਂ ਕਿਸੇ ਵਾਸਤੇ ਵੀ ਤੁਸੀਂ ਕੋਈ ਵੀ ਇਹੋ ਜਿਹੀ ਭਾਸ਼ਾ ਦਾ ਇਸਤੇਮਾਲ ਨਹੀਂ ਕਰ ਸਕਦੇ ਕਿ ਕਿਸੇ ਨੂੰ ਤੁਸੀਂ ਕਹਿ ਦਿਓ ਕਿ ਇਹ ਖਾਲਿਸਤਾਨੀ ਹੈ, ਤੇ ਕਿਸੇ ਨੂੰ ਤੁਸੀਂ ਕਹਿ ਦਿਓ ਕਿ ਇਹ ਉਗਰਵਾਦੀ ਹੈਗੀ ਹੈ। ਔਰ ਉਹਨਾਂ ਬੰਦਿਆਂ ਨੂੰ ਕੰਗਨਾ ਰਣੌਤ ਕਹਿ ਰਹੀ ਹੈਗੀ ਕਿ ਜਿਹੜੇ ਬੰਦੇ ਦੇਸ਼ ਵਾਸਤੇ ਅਨਾਜ ਉਗਾਉਂਦੇ ਹੈਗੇ ਨੇ, ਤੇ ਉਹ ਆਪਣੀ ਗਰੀਬੀ ਹੀ ਰੇਖਾ ਦੇ ਵਿੱਚ ਅੱਜ ਤੱਕ ਹੈਗੇ ਨੇ, ਉਹ ਤੇ ਉੱਠ ਨਹੀਂ ਸਕੇ। ਅੱਜ ਅਗਰ ਕੰਗਨਾ ਰਣੌਤ ਵੇ ਇਹ ਤੇ ਐਕਟਰ ਹੈਗੀ ਹੈ, ਤੇ ਇਹ ਵੀ ਇੱਕ ਕਲਾਕਾਰ ਹੈਗੀ ਹੈ, ਤੇ ਇਹ ਵੀ ਕਲਾਕਾਰੀ ਦੇ ਨਾਲ ਇਹਨਾਂ ਦੇ ਬੈਕਗਰਾਉਂਡ ਦੀ ਕਲਾਕਾਰੀ ਹੈਗੀ, ਤੇ ਕਲਾਕਾਰੀ ਦੇ ਹਿਸਾਬ ਨਾਲ ਹੀ ਇਹ ਇੱਥੇ ਉੱਚ ਪਦਵੀਆਂ 'ਤੇ ਹੈਗੇ ਨੇ। ਅੱਜ ਮੈਂ ਕਹਿੰਦਾ ਕਿ ਕੋਈ ਵੀ ਬੰਦਾ ਕਿੰਨੇ ਵੀ ਉੱਚ ਪਦ ਦੇ ਉੱਤੇ ਚਾਹੇ ਬੇਸ਼ੱਕ ਕਿਉਂ ਨਾ ਪਹੁੰਚ ਜਾਏ, ਮਗਰ ਸਾਡਾ ਜਿਹੜਾ ਭਾਰਤ ਦਾ ਸੰਵਿਧਾਨ ਕਦੀ ਵੀ ਆਗਿਆ ਨਹੀਂ ਦਿੰਦਾ ਕਿ ਕਿਸੇ ਦੇ ਵਾਸਤੇ ਵੀ ਤੁਸੀਂ ਕੋਈ ਵੀ ਜਿਹੜੀ ਹੈਗੀ ਹੈ ਤੁਸੀਂ ਗੰਦੀ ਭਾਸ਼ਾ ਦਾ, ਜਾਂ ਉਹਨੂੰ ਤੁਸੀਂ ਜਦ ਤੁਹਾਡੇ ਕੋਲ ਕੋਈ ਇਹਦੇ ਪ੍ਰੂਫ ਹੀ ਕੁਝ ਨਹੀਂ ਹੈਗੇ, ਤੇ ਤੁਸੀਂ ਉਹਦੇ ਵਾਸਤੇ ਅਗਰ ਇਹੋ ਜਿਹਾ ਭਾਸ਼ਾ ਦਾ ਇਸਤੇਮਾਲ ਕਰਦੇ ਹੈਗੇ ਹੋ। ਤੇ ਸਾਡੇ ਭਾਰਤ ਦੇਸ਼ ਦੇ ਵਿੱਚ ਤੁਸੀਂ ਦੇਖੋ ਸਰਕਾਰਾਂ ਨੂੰ ਵੀ ਇਹ ਚਾਹੀਦਾ ਹੈਗਾ ਕਿ ਬਈ ਜਿਹੜੇ ਇਹੋ ਜਿਹੇ ਬੰਦੇ ਕੋਈ ਜਿਹੜੇ ਟਵਿੱਟਰ ਕਰਦੇ ਹੈਗੇ ਨੇ, ਜਿਨ੍ਹਾਂ ਦੀ ਟਵਿੱਟਰ ਦੇ ਨਾਲ, ਜਿਨ੍ਹਾਂ ਦੇ ਇਹੋ ਜਿਹੇ ਸੰਦੇਸ਼ਾਂ ਦੇ ਮੈਸੇਜ ਦੇ ਨਾਲ ਮਾਹੌਲ ਖਰਾਬ ਵੀ ਹੋ ਸਕਦਾ ਹੈ, ਉਹਨਾਂ 'ਤੇ ਵੀ ਜਿਹੜੀ ਹੈਗੀ ਹੈ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇੱਕ ਟਾਈਮ 'ਤੇ ਭੁੱਲ ਜਾਣਾ ਚਾਹੀਦਾ ਹੈ ਕਿ ਕਿਹੜਾ ਬੰਦਾ ਸਰਕਾਰ ਦੇ ਨਾਲ ਹੈਗਾ ਤੇ ਕਿਹੜਾ ਬੰਦਾ ਸਰਕਾਰ ਦੇ ਨਾਲ ਨਹੀਂ ਹੈਗਾ। ਕਿਉਂਕਿ ਕਦੀ ਇਹ ਸਿੱਖਾਂ ਨੂੰ ਟਾਰਗੇਟ ਕਰ ਦਿੰਦੀ ਹੈ, ਕਦੀ ਇਹ ਜਿਹੜੇ ਸਾਡੇ ਨਿਸ਼ਾਨ ਸਾਹਿਬ ਜਿਹੜੇ ਸਾਡੇ ਹੈਗੇ ਨੇ, ਸਿੱਖਾਂ ਦਾ ਜਿਹੜਾ ਝੰਡਾ ਹੈਗਾ, ਜਿਹੜਾ ਨਿਸ਼ਾਨ ਸਾਹਿਬ ਨੂੰ ਕਦੀ ਟਾਰਗੇਟ ਕਰ ਦਿੰਦੀ ਹੈ, ਤੇ ਕਦੀ ਕਿਸਾਨਾਂ ਨੂੰ ਟਾਰਗੇਟ ਕਰ ਦਿੰਦੀ ਹੈਗੀ ਕਿ ਭਈਆ ਤੇ ਵਿਹਲੇ ਨੇ, ਤੇ ਮੌਜ ਮਨਾਉਣ ਆਏ ਨੇ, ਇਹ ਪਿਕਨਿਕ ਮਨਾਉਣ ਆਏ ਹੋਏ ਨੇ। ਇੱਕ ਵਾਰੀ ਮੈਂ ਕਹਿੰਦਾ ਵਾਂ ਕਿ ਕੰਗਨਾ ਰਣੌਤ ਇੱਕ ਵਾਰੀ ਜਿਹੜੀ ਇਹ ਕਹਿੰਦੇ ਨੇ ਕਿ ਪਿਕਨਿਕ ਮਨਾਉਣ ਆਏ ਨੇ, ਜਾਂ ਵਿਹਲੇ ਬੰਦੇ ਬੈਠੇ ਨੇ, ਜਾਂ ਇਹ ਖਾਲਿਸਤਾਨੀ ਆਤੰਕਵਾਦੀ ਬੈਠੇ ਨੇ, ਇੱਕ ਵਾਰੀ ਇੰਨੀ ਠੰਡੀ ਹਵਾਵਾਂ ਦੇ ਵਿੱਚ, ਠੰਡ ਦੇ ਵਿੱਚ, ਬਰਸਾਤ ਦੇ ਵਿੱਚ, ਔਰ ਸੜਕਾਂ ਦੇ ਉੱਤੇ ਇੱਕ ਵਾਰੀ ਕੋਈ ਬੰਦਾ ਇੱਕ ਰਾਤ ਵੀ ਨਹੀਂ ਗੁਜ਼ਾਰ ਸਕਦਾ, ਜਿੱਥੇ ਕਿ 65-66 ਦਿਨ ਤੋਂ ਜਿਹੜੇ ਹੈਗੇ ਨੇ ਕਿਸਾਨ ਆਪਣਾ ਅੰਦੋਲਨ ਬੜੇ ਸ਼ਾਂਤੀਮਈ ਤਰੀਕੇ ਨਾਲ ਔਰ ਭਾਰਤ ਸਰਕਾਰ ਦੇ ਕੋਲੋਂ ਆਪਣਾ ਹੱਕ, ਆਪਣੇ ਹੱਕ ਦੇ ਹਿਸਾਬ ਨਾਲ ਮੰਗਦੇ ਪਏ ਨੇ, ਜਿਹੜੇ ਕਿ ਉਹਨਾਂ ਨੂੰ ਸਾਡੇ ਸੰਵਿਧਾਨ ਜਿਹੜਾ ਹੈਗਾ, ਭਾਰਤੀ ਸੰਵਿਧਾਨ ਇੱਕ ਹੱਕ ਵੀ ਦਿੰਦਾ ਹੈਗਾ ਕਿ ਤੁਸੀਂ ਸੰਵਿਧਾਨ ਦੇ ਵਿੱਚ ਲਿਖਿਆ ਵੀ ਹੈਗਾ ਕਿ ਕੋਈ ਵੀ ਬੰਦਾ ਆਪਣੇ ਭਾਰਤ ਦੇਸ਼ ਦੇ ਵਿੱਚ ਸ਼ਾਂਤੀਮਈ ਤਰੀਕੇ ਦੇ ਨਾਲ ਜਿਹੜਾ ਹੈਗਾ ਅੰਦੋਲਨ ਕਰ ਸਕਦਾ ਵੇ। ਜੇ ਅਗਰ ਕਿਸਾਨ ਆਪਣਾ ਅੰਦੋਲਨ ਸ਼ਾਂਤੀਮਈ ਤਰੀਕੇ ਨਾਲ ਅਗਰ ਕਰ ਰਿਹਾ ਹੈ, ਤੇ ਫਿਰ ਉਹਨਾਂ ਦੇ ਉੱਤੇ ਇਹੋ ਜਿਹਾ ਅਪਦਰਵ ਭਾਸ਼ਾ ਜਾਂ ਇਹੋ ਜਿਹੀਆਂ ਭਾਸ਼ਾ ਦਾ ਪ੍ਰਯੋਗ ਕਿਉਂ ਕੀਤਾ ਜਾ ਰਿਹਾ ਹੈ, ਇਹਦੇ 'ਤੇ ਵੀ ਜਿਹੜੀ ਕਿ ਸਾਡੀ ਸਰਕਾਰ ਇਸ ਟਾਈਮ ਕਾਬਜ਼ ਸਰਕਾਰ ਹੈਗੀ ਹੈ, ਉਹਨਾਂ ਨੂੰ ਵੀ ਸੰਗਿਆਨ ਲੈਣਾ ਚਾਹੀਦਾ ਔਰ ਲੈਣਾ ਪਏਗਾ। ਜੇ ਕੋਈ ਵੀ ਬੰਦਾ ਅਗਰ ਦੇਸ਼ ਦੇ ਵਾਸਤੇ, ਦੇਸ਼ ਵਾਸੀਆਂ ਦੇ ਵਾਸਤੇ ਅਗਰ ਕੋਈ ਗਲਤ ਭੂਮਿਕਾ ਬਣਾ ਕੇ ਦੱਸਦਾ ਹੈ, ਉਹ ਵੀ ਇੱਕ ਕਿਸਮ ਦਾ ਦੇਸ਼ ਦਰੋਹੀ ਹੀ ਹੈਗਾ ਵੀਰ ਜੀ। ਇਹਦੇ ਵਿੱਚ ਮੈਂ ਕਹਾਂਗਾ ਕਿ ਕੰਗਨਾ ਰਣੌਤ ਬਈ ਦੇਸ਼ ਦੀ ਹੀ ਬੇਟੀ ਹੈ, ਔਰ ਅਸੀਂ ਵੀ ਦੇਸ਼ ਦੇ ਹੀ ਹੈਗੇ ਹਾਂ, ਔਰ ਜਿਹੜੇ ਸਾਡੇ ਕਿਸਾਨ ਹੈਗੇ ਨੇ ਉਹ ਵੀ ਭਾਰਤ ਦੇਸ਼ ਦੇ ਹੀ ਹੈਗੇ ਨੇ। ਸਹੀ ਤਰੀਕੇ ਨਾਲ ਸਾਡੀ ਦਿਸ਼ਾ ਅਸੀਂ ਅਗਰ ਸਿਲੈਕਸ਼ਨ ਕਰਾਂਗੇ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦਿਨ ਦੂਰ ਕੋਨੀ ਕਿ ਸਾਡੇ ਦੇਸ਼ ਦੀ ਦਸ਼ਾ ਵੀ ਬਹੁਤ ਜਲਦੀ ਬਹੁਤ ਹੀ ਵਧੀਆ ਬਣ ਜਾਏਗੀ। ਤੇ ਕਿਸਾਨ ਜਿਹੜੇ ਹੈਗੇ ਨੇ ਇਹ ਆਪਣਾ, ਇਹਨਾਂ ਨੂੰ ਜੇ ਸਰਕਾਰ ਬੜੇ ਹਲੀਮੀ ਦੇ ਨਾਲ ਔਰ ਤਰੀਕੇ ਦੇ ਨਾਲ ਇਹਨਾਂ ਨੂੰ ਅਗਰ ਇਹਨਾਂ ਦੇ ਹੱਕ ਦੇ ਦੇਣਗੀ ਸਰਕਾਰ, ਤੇ ਇਹ ਵੀ ਆਪਣੇ ਘਰਾਂ ਦੇ ਵਿੱਚ ਖੁਸ਼ੀ ਨਾਲ ਇਹ ਜਾਣਗੇ। ਇਹਨਾਂ ਨੂੰ ਵੀ ਕੋਈ ਜ਼ਰੂਰਤ ਨਹੀਂ ਹੈਗੀ ਕਿ ਸੜਕਾਂ ਦੇ ਉੱਤੇ ਬਹਿ ਕੇ ਤੇ ਆਪਣੇ ਅੰਦੋਲਨ ਕਰਨ। ਇੱਕ ਮੈਂ ਵੀਰ ਜੀ ਤੁਹਾਡੇ ਚੈਨਲ ਦੇ ਥਰੂ ਤੋਂ ਇੱਕ ਮੈਂ ਮੈਸੇਜ ਜ਼ਰੂਰ ਦਿਆਂਗਾ। ਜਿਹੜਾ ਵੀ ਬੰਦਾ, ਅਗਰ ਕੋਈ ਵੀ ਬੰਦਾ ਚਾਹੇ ਕਿਸੇ ਵੀ ਪਾਰਟੀ ਦੇ 'ਚ ਅਗਰ ਬਿਲੋਂਗ ਕਰਦਾ ਹੈਗਾ,
ਚਾਹੇ ਉਹ ਭਾਰਤੀ ਜਨਤਾ ਪਾਰਟੀ ਨਾਲ ਹੈ, ਚਾਹੇ ਉਹ RSS ਨਾਲ ਹੈ, ਚਾਹੇ ਉਹ ਕਾਂਗਰਸ ਨਾਲ ਹੈ, ਚਾਹੇ ਉਹ ਆਮ ਆਦਮੀ ਪਾਰਟੀ ਨਾਲ ਹੈ, ਚਾਹੇ ਉਹ ਤੁਸੀਂ ਦੇਖੋ ਕਿ ਤੁਸੀਂ ਅਕਾਲੀ ਦਲ ਬਾਦਲ ਪਾਰਟੀ ਨਾਲ ਹੈ, ਅਕਾਲੀ ਦਲ ਨਾਲ ਹੈ, ਕਿਸੇ ਵੀ ਪਾਰਟੀ ਨਾਲ ਹੈਗਾ। ਸਭ ਤੋਂ ਪਹਿਲੇ ਸਾਨੂੰ ਇਹ ਦੇਖਣਾ ਪਏਗਾ ਔਰ ਸਾਨੂੰ ਦੇਖਣਾ ਚਾਹੀਦਾ ਹੈ ਅਸੀਂ ਭਾਰਤੀ ਵਾਂ ਤੇ ਭਾਰਤੀ ਦੀ ਸ਼ਾਨ, ਭਾਰਤ ਦੀ ਸ਼ਾਨ ਅਸੀਂ ਹੀ ਬਣਾਉਣੀ ਹੈ, ਕਿਸੇ ਬਾਹਰ ਦੇ ਬੰਦੇ ਨੇ ਸਾਡੀ ਸ਼ਾਨ ਨਹੀਂ ਜੇ ਬਣਾਉਣੀ। ਮੈਂ ਇੱਕ ਤੁਹਾਡੇ ਚੈਨਲ ਦੇ ਰਾਹੀਂ ਇੱਕ ਬੜਾ ਵੱਡਾ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਦੇਖੋ ਅਗਰ ਕੋਈ ਮੈਸੇਜ ਅਗਰ ਗਲਤ ਫੈਲਾਉਂਦਾ ਹੈਗਾ ਕਿ ਸਾਨੂੰ ਉਹਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਹੈਗਾ। ਜਦੋਂ ਅਸੀਂ ਕੋਈ ਵੀ ਗਲਤ ਗੱਲ ਦਾ ਅਗਰ ਕੋਈ ਜਵਾਬ ਅਗਰ ਨਹੀਂ ਦਿਆਂਗੇ ਤੇ ਉਹ ਕੀ ਹੋਏਗਾ ਕਿ ਇੱਕ ਸਮਾਜ ਦੇ ਵਿੱਚ ਜਿਹੜਾ ਸਾਡਾ ਜਿਹੜਾ ਮੈਸੇਜ ਹੈਗਾ ਨਾ ਬੜਾ ਗਲਤ ਚਲਾ ਜਾਏਗਾ, ਕਿਉਂਕਿ ਜਿਹੜਾ ਬੰਦੇ ਨੇ ਅਗਰ ਕੋਈ ਗਲਤ ਮੈਸੇਜ ਅਗਰ ਦਿੱਤਾ ਹੋਏਗਾ ਤੇ ਅਸੀਂ ਅਗਰ ਉਹਦੇ ਤੇ ਆਵਾਜ਼ ਨਹੀਂ ਚੁੱਕਾਂਗੇ ਜਾਂ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਦੇ ਉੱਤੇ ਇਹ ਗੱਲਾਂ ਬਾਤਾਂ ਹੁੰਦੀਆਂ ਪਈਆਂ ਜਾਂ ਕਿਤੇ ਸਿੱਖ ਸਮਾਜ ਨੂੰ ਅਗਰ ਜਿਹੜੀ ਹੈਗੀ ਨੇ ਭੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ, ਅਗਰ ਅਸੀਂ ਇਹਨਾਂ ਦੀਆਂ ਗੱਲਾਂ ਦਾ ਜਵਾਬ ਨਹੀਂ ਦਿਆਂਗੇ ਤੇ ਲੋਕ ਸ਼ਾਇਦ ਇਹ ਸਮਝਣਗੇ ਕਿ ਜਿਹੜੇ ਬੰਦਾ ਗਲਤ ਜਿਹਨੇ ਮੈਸੇਜ ਦਿੱਤਾ, ਜਿਵੇਂ ਕੰਗਨਾ ਰਣੌਤ ਦੀ ਗੱਲ ਹੈਗੀ ਹੈ, ਤੇ ਲੋਕ ਕੰਗਨਾ ਰਣੌਤ ਨੂੰ ਹੀ ਸੱਚ ਸਮਝ ਕੇ ਸੱਚ ਮੰਨ ਲੈਣਗੇ। ਇੱਕ ਗੱਲ ਦਾ ਜ਼ਰੂਰ ਆਪਾਂ ਇੱਕ ਆਪਣੇ ਮਾਈਂਡ ਨੂੰ ਮੇਕਅਪ ਕਰੀਏ, ਜਿਹੜਾ ਵੀ ਬੰਦਾ ਅਗਰ ਕੋਈ ਗਲਤ ਜਿਹੜਾ ਮੈਸੇਜ ਦਿੰਦਾ ਹੈ ਸਾਨੂੰ ਆਪਣੀ ਆਵਾਜ਼ ਬੁਲੰਦੀ ਦੇ ਨਾਲ ਸਾਨੂੰ ਚੁੱਕ ਕੇ ਦੱਸਣਾ ਚਾਹੀਦਾ ਹੈ ਕਿ ਸਭ ਜਿਹੜੇ ਕਿ ਪੂਰੇ ਦੇ ਪੂਰੇ ਭਾਰਤ ਦੇਸ਼ ਨੂੰ, ਦੇਸ਼ ਵਿਦੇਸ਼ ਦੇ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਸਭ ਨੂੰ ਪਤਾ ਲੱਗ ਜਾਏ ਕਿ ਕਿਸੇ ਬੰਦੇ ਨੇ ਅਗਰ ਕੋਈ ਗਲਤ ਮੈਸੇਜ ਭੇਜਿਆ ਸੀਗਾ ਤੇ ਅੱਗੋਂ ਸਮਾਜ ਨੇ ਜਿਹੜੀ ਹੈਗੀ ਇਹ ਆਵਾਜ਼ ਚੁੱਕ ਕੇ ਤੇ ਇਹਨਾਂ ਨੂੰ ਜਿਹੜਾ ਹੈਗਾ ਨਾ ਚੁੱਪ ਕਰਾ ਦਿੱਤਾ। ਕਿਉਂਕਿ ਸਿੰਪਲ ਜੀ ਗੱਲ ਹੈਗੀ ਹੈ ਕਿ ਜਦੋਂ ਵੀ ਕੋਈ ਗਲਤ ਕੰਮ ਕਰਦਾ ਹੈਗਾ, ਅਗਰ ਅਸੀਂ ਨਹੀਂ ਬੋਲਾਂਗੇ ਤੇ ਗਲਤ ਕੰਮ ਕਰਨ ਵਾਲਾ ਲਗਾਤਾਰ ਗਲਤ ਕੰਮ ਕਰਦਾ ਰਹੇਗਾ ਔਰ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਅਗਰ ਇਤਿਹਾਸ ਦੇ ਵਿੱਚ ਅਗਰ ਇਹ ਲਿਖਿਆ ਜਾਏਗਾ ਸ਼ਾਇਦ ਉਹ ਗਲਤ ਕੰਮ ਜਿਹਨੇ ਕੀਤਾ ਸੀਗਾ ਉਹਨੂੰ ਲੋਕ ਸੱਚ ਮੰਨ ਲੈਣਗੇ ਔਰ ਜਿਹੜੀ ਸੱਚਾਈ ਹੋਏਗੀ ਉਹ ਛਿਪ ਜਾਏਗੀ। ਕਿਰਪਾ ਕਰਕੇ ਜਿਹੜਾ ਹੈਗਾ ਗਲਤ ਨੂੰ ਗਲਤ ਔਰ ਸੱਚ ਨੂੰ ਸੱਚ ਕਹਿਣ ਦਾ ਜਿਹੜਾ ਹੈਗਾ ਨਾ ਇਹ ਮਾਦਾ ਰੱਖੋ ਔਰ ਆਪਣੀ ਆਵਾਜ਼ ਜਿਹੜੀ ਹੈਗੀ ਹੈ ਬੁਲੰਦੀਆਂ ਨਾਲ ਜਿਹੜੀ ਹੈਗੀ ਹੈ ਉਹ ਤੁਸੀਂ ਬੰਦਿਆਂ ਦੇ ਵਿੱਚ ਵੀ ਲੈ ਕੇ ਆਓ, ਆਪਣੀ ਪੂਰੇ ਦੇ ਪੂਰੇ ਜਿਹੜੇ ਭਾਰਤ ਦੇ ਨਾਗਰਿਕ ਨੇ ਉੱਥੇ ਵੀ ਲੈ ਕੇ ਆਓ ਔਰ ਜਿਹੜੀ ਤੁਹਾਡੇ ਕੋਲ ਅਗਰ ਕੋਈ ਵੀ ਮੀਡੀਆ ਆਉਂਦਾ ਉਹਨਾਂ ਨੂੰ ਵੀ ਸੱਚ ਦੱਸੋ। ਹੋਰ ਵੀ ਮੈਂ ਤੁਹਾਨੂੰ ਦੱਸ ਦਿੰਦਾ, ਜਦ ਤੁਸੀਂ ਆਪਣੀ ਆਵਾਜ਼ ਜਦੋਂ ਚੁੱਕੋਗੇ ਤਦ ਤੁਹਾਡੀ ਆਵਾਜ਼ ਸਮਾਜ ਦੇ ਜਾਏਗੀ ਤੇ ਤਦ ਲੋਕ ਅਵੇਅਰ ਹੋ ਪਾਣਗੇ। ਮੇਰੀ ਇਸ ਗੱਲ ਨੂੰ ਬੜੇ ਧਿਆਨ ਨਾਲ ਔਰ ਬੜੇ ਤਰੀਕੇ ਦੇ ਨਾਲ ਆਪਣੇ ਮਾਈਂਡ ਨੂੰ ਮੇਕਅਪ ਕਰਕੇ ਕਿ ਮੈਂ ਜੋ ਕਿਹਾ ਇਹ ਠੀਕ ਹੈ ਜਾਂ ਮੈਂ ਗਲਤ ਕਿਹਾ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।